ਅਸੀਂ ਸਿੱਖ ਇਹ ਸਮਝਦੇ ਆ ਕਿ ਜੇ ਅੱਜ ਅਸੀਂ ਪੱਗਾਂ ਦਾੜਿਆਂ ਨਾਲ ਗਾਤਰੇ ਕਿਰਪਾਨਾਂ ਨਾਲ ਇਸ ਧਰਤੀ ਤੇ ਫਿਰ ਰਹੇ ਆ ਤਾਂ ਇਹ ਭਾਈ ਦਿਲਾਵਰ ਸਿੰਘ ਦੀ ਉਹ ਬੇਮਿਸਾਲ ਸ਼ਹਾਦਤ ਦਾ ਨਤੀਜਾ ਆ ਕਿ ਅਸੀਂ ਜਿਉਂਦੇ ਜਾਗਦੇ ਫਿਰਦੇ ਆ। ਉਸ ਵੀਰ ਨੂੰ ਚੰਗਾ ਭਲਾ ਪਤਾ ਸੀ ਕਿ ਮੇਰੇ ਪਿੰਡੇ ਨਾਲ ਜਿਹੜਾ ਬੰਬ ਬੰਨਿਆ ਹੈ ਉਹਦੇ ਨਾਲ ਮੈਂ ਉੱਡ ਜਾਣਾ, ਪਰ ਬੇਅੰਤ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਲਈ, ਧਰਮ ਬਚਾਉਣ ਦੇ ਲਈ, ਮਨੁੱਖਤਾ ਬਚਾਉਣ ਦੇ ਲਈ, ਮਨੁੱਖੀ ਹੱਕਾਂ ਦੀ ਰਾਖੀ ਦੇ ਲਈ ਉਸ ਭਾਈ ਦਿਲਾਵਰ ਸਿੰਘ ਨੇ ਆਪਦੀ ਜਾਨ ਵਾਰ ਦਿੱਤੀ। ਇਸ ਤਰੀਕੇ ਨਾਲ ਬਿਆੰਤੇ ਬੁੱਚੜ ਨੇ ਇੱਕ ਤਰਫਾ ਕਤਲੇਆਮ ਸ਼ੁਰੂ ਕੀਤਾ ਹੋਇਆ ਸੀ। ਹੁਣ ਨੂੰ ਸਾਡੀਆਂ ਵੀ ਫੋਟੋਆਂ ਕੰਧਾਂ ਉੱਤੇ ਲੱਗੀਆਂ ਹੋਣੀਆਂ ਸੀ। ਉਹਨਾਂ ਦਿਨਾਂ ਦੇ ਵਿੱਚ ਜਦੋਂ ਹਰ ਸਿੱਖ ਨੌਜਵਾਨ ਜਿਹੜਾ ਸੀ ਉਹ ਇੱਕ ਦਹਿਸ਼ਤ ਵਿੱਚ ਜਿਉ ਰਿਹਾ ਸੀਗਾ ਕਿ ਪਤਾ ਨਹੀਂ ਕਿਹੜੇ ਮੋੜ ਤੇ ਕਦੋਂ ਮੇਰਾ ਚੱਕ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਦੇਣਾ। ਇਸ ਤਰੀਕੇ ਨਾਲ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਉਹ ਸ਼ਹਾਦਤ ਦਿੱਤੀ 31 ਅਗਸਤ 1995 ਨੂੰ। ਉਹ ਜਿਨ੍ਹਾਂ ਨੂੰ ਉਸ ਗੱਲ ਦੀ ਸਮਝ ਆ ਉਹੀ ਜਾਣ ਸਕਦੇ ਆ ਵੀ ਇਸ ਗੱਲ ਦਾ ਅਰਥ ਮਤਲਬ ਕੀ। ਪੰਜਾਬ ਦੀ ਧਰਤੀ ਉੱਤੇ ਆਦਮਬੋ ਕਰਦੀਆਂ ਖਾਕੀ ਵਰਦੀ ਵਾਲੀਆਂ ਜਿਹੜੀਆਂ ਵਹਿਸ਼ੀ ਭੀੜਾਂ ਸੀਗੀਆਂ, ਹਕੂਮਤੀ ਦਹਿਸ਼ਤਗਰਦੀ ਦਾ ਨੰਗਾ ਨਾਚ ਚੱਲ ਰਿਹਾ ਸੀ। ਨਾਂ ਲਿਖਿਆ ਹੋਇਆ ਕਿ ਫਲਾਨਾ ਸਿੰਘ ਫਲਾਨੇ ਪਿੰਡ ਦਾ, ਪਰ ਲਾਸ਼ ਅਣਪਛਾਤੀ ਹੈ। ਅਣਪਛਾਤੀ ਕਿਵੇਂ ਜਦੋਂ ਤੁਸੀਂ ਉਹਦਾ ਨਾਂ ਲਿਖ ਰਹੇ, ਜਿਨ੍ਹਾਂ ਨੂੰ ਅੱਜ ਵੀ ਲੱਗਦਾ ਕਿ ਸਿੱਖ ਤਾਂ ਐਵੇਂ ਹੀ ਬਿਨਾਂ ਕਿਸੇ ਗੱਲ ਤੋਂ ਖਾਲਿਸਤਾਨ ਦਾ ਮੁੱਦਾ ਚੱਕੀ ਫਿਰਦੇ ਆ, ਐਡੀ ਕੋਈ ਗੱਲ ਹੀ ਹੈ। ਉਹਨਾਂ ਸਾਰਿਆਂ ਨੂੰ ਇਹ ਜਿਹੜੀ ਭਾਈ ਦਲਜੀਤ ਸਿੰਘ ਵਾਲੀ ਕਿਤਾਬ ਆ ਨਾ ਜੀ, ਖਾੜਕੂ ਸੰਘਰਸ਼ ਦੀ ਸਾਖੀ, ਇਹ ਜ਼ਰੂਰ ਪੜ੍ਹਨੀ ਚਾਹੀਦੀ। ਅਣਪਛਾਤੀਆਂ ਲਾਸ਼ਾਂ ਕਹਿ ਕੇ ਜਦੋਂ ਪੰਜਾਬ ਦੇ ਲੋਕਾਂ ਨੂੰ ਘਰਾਂ ਚੋਂ ਚੱਕ ਕੇ ਸਾੜਿਆ ਫੂਕਿਆ ਜਾ ਰਿਹਾ ਸੀ, ਉਹਨਾਂ ਦਿਨਾਂ ਦੇ ਵਿੱਚ ਸਾਡੇ ਅਕਾਲੀ ਭਰਾ ਵੀ ਪਤਾ ਨਹੀਂ ਕਿਹੜੀ ਖੁੱਡ 'ਚ ਬੜੇ ਬੈਠੇ ਸੀ, ਜ਼ੁਲਮ ਦੇ ਡਰੇ ਹੋਏ ਇਹ ਵੀ ਖੰਘਦੇ ਨਹੀਂ ਸੀ। ਬਿਆੰਤੇ ਬੁੱਚੜ ਦੇ ਰਾਜ ਵਿੱਚ ਜਿਹੜੇ ਅਕਾਲੀ ਭਰਾ ਸਾਡੇ ਬਾਦਲ ਟੌੜੇ ਵਗੈਰਾ, ਇਹਨਾਂ ਨੂੰ ਵੀ ਉਹਨੇ ਧੱਕ ਕੇ ਖੂੰਜੇ ਲਾਇਆ ਹੋਇਆ ਸੀ, ਕੋਈ ਖੰਘ ਨਹੀਂ ਸੀ ਸਕਦਾ। ਸਿਆਸੀ ਸਰਗਰਮੀ ਬਿਲਕੁਲ ਬੰਦ, ਇੱਥੋਂ ਤੱਕ ਕਿ ਜੇ ਇਹਨਾਂ ਨੇ ਕੋਈ ਕਾਨਫਰੰਸਾਂ ਵਗੈਰਾ ਰੱਖਣੀਆਂ, ਉਹਨੇ ਪਹਿਲਾਂ ਹੀ ਪੁਲਿਸ ਦੀਆਂ ਧਾੜਾਂ ਭੇਜ ਕੇ ਇਹਨਾਂ ਨੂੰ ਚੱਕ ਲਿਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਭਾਈ ਦਿਲਾਵਰ ਸਿੰਘ, ਸ਼ਹੀਦ ਭਾਈ ਦਿਲਾਵਰ ਸਿੰਘ ਉਹ ਸ਼ਖਸੀਅਤ ਆ ਜਿਸ ਵੀਰ ਨੇ ਆਪਦੇ ਜਿਸਮ ਨਾਲ ਬੰਬ ਬੰਨ੍ਹ ਕੇ ਬਿਆੰਤੇ ਬੁੱਚੜ ਨੂੰ ਉਡਾਇਆ, ਤੇ ਮੈਂ ਜਾਂ ਮੇਰੇ ਵਰਗੇ ਹੋਰ ਲੱਖਾਂ ਅਸੀਂ ਸਿੱਖ ਇਹ ਸਮਝਦੇ ਆ ਕਿ ਜੇ ਅੱਜ ਅਸੀਂ ਪੱਗਾਂ ਦਾੜਿਆਂ ਨਾਲ ਗਾਤਰੇ ਕਿਰਪਾਨਾਂ ਨਾਲ ਇਸ ਧਰਤੀ ਤੇ ਫਿਰ ਰਹੇ ਆ ਤਾਂ ਇਹ ਭਾਈ ਦਿਲਾਵਰ ਸਿੰਘ ਦੀ ਉਹ ਬੇਮਿਸਾਲ ਸ਼ਹਾਦਤ ਦਾ ਨਤੀਜਾ ਆ ਕਿ ਅਸੀਂ ਜਿਉਂਦੇ ਜਾਗਦੇ ਫਿਰਦੇ ਆ। ਨਹੀਂ ਤਾਂ ਜਿਸ ਤਰੀਕੇ ਨਾਲ ਬਿਆੰਤੇ ਬੁੱਚੜ ਨੇ ਇੱਕ ਤਰਫਾ ਕਤਲੇਆਮ ਸ਼ੁਰੂ ਕੀਤਾ ਹੋਇਆ ਸੀ, ਹੁਣ ਨੂੰ ਸਾਡੀਆਂ ਵੀ ਫੋਟੋਆਂ ਕੰਧਾਂ ਉੱਤੇ ਲੱਗੀਆਂ ਹੋਣੀਆਂ ਸੀ। ਉੱਤੇ ਘਰਦਿਆਂ ਨੇ ਹਾਰ ਜੇ ਪਾ ਕੇ ਹੌਸਲਾ ਸਬਰ ਕਰ ਲਿਆ ਹੋਣਾ ਸੀ। ਉਹਨਾਂ ਦਿਨਾਂ ਦੇ ਵਿੱਚ ਜਦੋਂ ਹਰ ਸਿੱਖ ਨੌਜਵਾਨ ਜਿਹੜਾ ਸੀ ਉਹ ਇੱਕ ਦਹਿਸ਼ਤ ਵਿੱਚ ਜਿਉ ਰਿਹਾ ਸੀਗਾ ਕਿ ਪਤਾ ਨਹੀਂ ਕਿਹੜੇ ਮੋੜ ਤੇ ਕਦੋਂ ਮੇਰਾ ਚੱਕ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਦੇਣਾ, ਜਾਂ ਜੇ ਪੁਲਿਸ ਮੁਕਾਬਲੇ ਤੋਂ ਬਚ ਵੀ ਗਏ ਤਾਂ ਤਸ਼ੱਦਦ ਕਰਕੇ ਝੂਠਾ ਕੇਸ ਪਾ ਕੇ ਜੇਲ੍ਹ 'ਚ ਧੱਕ ਦੇਣਗੇ, ਤੇ ਪਤਾ ਨਹੀਂ 15 ਸਾਲ ਅੰਦਰ ਕਿ 20 ਸਾਲ ਲੱਗਣਗੇ, ਤੇ ਪਤਾ ਨਹੀਂ ਕਦੋਂ ਬਾਹਰ ਨਿਕਲੂੰਗਾ। ਉਸ ਮਾਹੌਲ ਦੇ ਵਿੱਚ ਜਿਸ ਤਰੀਕੇ ਨਾਲ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਉਹ ਸ਼ਹਾਦਤ ਦਿੱਤੀ 31 ਅਗਸਤ 1995 ਨੂੰ, ਉਹ ਜਿਨ੍ਹਾਂ ਨੂੰ ਉਸ ਗੱਲ ਦੀ ਸਮਝ ਆ ਉਹੀ ਜਾਣ ਸਕਦੇ ਆ ਵੀ ਇਸ ਗੱਲ ਦਾ ਅਰਥ ਮਤਲਬ ਕੀ। ਉਹਨਾਂ ਦਿਨਾਂ ਦੇ ਵਿੱਚ ਮਨੁੱਖੀ ਹੱਕਾਂ ਦੀ ਗੱਲ ਜਿਹੜੀ ਸੀ ਨਾ, ਉਹ ਕਿਸੇ ਵੀ ਤਰ੍ਹਾਂ ਕੋਈ ਅਰਥ ਨਹੀਂ ਸੀ ਰੱਖਦੀ। ਪੰਜਾਬ ਦੀ ਧਰਤੀ ਉੱਤੇ ਆਦਮਬੋ ਕਰਦੀਆਂ ਖਾਕੀ ਵਰਦੀ ਵਾਲੀਆਂ ਜਿਹੜੀਆਂ ਵਹਿਸ਼ੀ ਭੀੜਾਂ ਸੀਗੀਆਂ, ਹਕੂਮਤੀ ਦਹਿਸ਼ਤਗਰਦੀ ਦਾ ਨੰਗਾ ਨਾਚ ਚੱਲ ਰਿਹਾ ਸੀ। ਔਰ ਉਹਨਾਂ ਦਿਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਮਨੁੱਖਤਾ ਦਾ ਘਾਣ ਹੋਇਆ। ਹਜ਼ਾਰਾਂ ਸਤਵੰਤੀਆਂ ਦਾ ਜਿਹੜਾ ਉਹਨਾਂ ਨੂੰ ਬੇਪੱਤ ਕੀਤਾ ਗਿਆ ਇੱਥੇ ਥਾਣਿਆਂ ਕਚਹਿਰੀਆਂ ਦੇ ਵਿੱਚ।
ਔਰ ਜਿਸ ਤਰੀਕੇ ਨਾਲ ਬਜ਼ੁਰਗਾਂ ਦਾ, ਬੱਚਿਆਂ ਦਾ, ਮਾਈਆਂ ਦਾ ਉਹ ਜੇ ਦਾਸਤਾਨ ਸਾਹਮਣੇ ਨਹੀਂ ਆਈ। ਅੱਜ ਇੱਕ ਕਿਤਾਬ ਦੀ ਬੜੀ ਚਰਚਾ, ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਸਿੱਖ ਸੰਘਰਸ਼ ਦੇ ਜਿਹੜੇ ਚੋਟੀ ਦੇ ਜਰਨੈਲਾਂ ਦੇ ਵਿੱਚੋਂ ਇੱਕ ਰਹੇ ਨੇ, ਉਹਨਾਂ ਨੇ ਇੱਕ ਕਿਤਾਬ ਲਿਖੀ ਆ ਖਾੜਕੂ ਸੰਘਰਸ਼ ਦੀ ਸਾਖੀ। ਇਸ ਕਿਤਾਬ ਬਾਰੇ ਵੀ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਆਪਦੇ ਪ੍ਰੋਗਰਾਮ 'ਚ ਚਰਚਾ ਕਰਾਂਗੇ। ਇਹ ਜਿੰਨੀ ਕੁ ਮੈਂ ਕਿਤਾਬ ਤੇ ਨਜ਼ਰ ਮਾਰੀ ਆ, ਮੈਂ ਇਹ ਸੋਚ ਰਿਹਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਲੱਗ ਰਹੀ ਕਿ ਭਾਈ ਦਿਲਾਵਰ ਸਿੰਘ ਦੀ ਘਾਲ ਕਮਾਈ ਕੀ ਆ, ਜਾਂ ਜਿਨ੍ਹਾਂ ਨੂੰ ਅੱਜ ਵੀ ਲੱਗਦਾ ਕਿ ਖਾਲਿਸਤਾਨ ਜਾਂ ਖਾਲਿਸਤਾਨੀ ਜਿਹੜੇ ਯੋਧੇ ਸੀਗੇ ਉਹ ਗਲਤ ਸੀ, ਜਿਨ੍ਹਾਂ ਨੂੰ ਅੱਜ ਵੀ ਲੱਗਦਾ ਕਿ ਸਿੱਖ ਤਾਂ ਐਵੇਂ ਹੀ ਬਿਨਾਂ ਕਿਸੇ ਗੱਲ ਤੋਂ ਖਾਲਿਸਤਾਨ ਦਾ ਮੁੱਦਾ ਚੱਕੀ ਫਿਰਦੇ ਆ, ਏਡੀ ਕੋਈ ਗੱਲ ਹੀ ਹੈ, ਉਹਨਾਂ ਸਾਰਿਆਂ ਨੂੰ ਇਹ ਜਿਹੜੀ ਭਾਈ ਦਲਜੀਤ ਸਿੰਘ ਵਾਲੀ ਕਿਤਾਬ ਆ ਨਾ ਜੀ, ਖਾੜਕੂ ਸੰਘਰਸ਼ ਦੀ ਸਾਖੀ, ਇਹ ਜ਼ਰੂਰ ਪੜ੍ਹਨੀ ਚਾਹੀਦੀ ਹੈ। ਕੱਲ ਕਿਤਾਬ ਮੈਂ ਜਿੰਨੀ ਕੁ ਪੜ੍ਹੀ, ਮੈਂ ਭਾਈ ਮਨਧੀਰ ਸਿੰਘ ਨਾਲ ਮੇਰੀ ਗੱਲ ਹੋਈ, ਜਿਹੜੇ ਭਾਈ ਦਲਜੀਤ ਸਿੰਘ ਦੇ ਨਾਲ ਹੁੰਦੇ ਆ ਹਮੇਸ਼ਾ, ਉਹਨੂੰ ਮੈਂ ਇਹ ਗੱਲ ਆਖੀ, ਮੈਂ ਕਿਹਾ ਇਹ ਕਿਤਾਬ ਦੀ ਲੋੜ ਸੰਘਰਸ਼ ਨਾਲ ਸੰਬੰਧਿਤ ਲੋਕਾਂ ਨੂੰ ਤਾਂ ਘੱਟ ਆ, ਇਹ ਜਿਹੜੇ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਦੁਸ਼ਮਣ ਨੇ, ਉਲਟ ਨੇ, ਨਫ਼ਰਤ ਕਰਦੇ ਨੇ, ਬੁਰਾ ਬੋਲਦੇ ਨੇ, ਇਹ ਉਹਨਾਂ ਨੂੰ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਆ, ਤਾਂ ਕਿ ਸ਼ਾਇਦ ਉਹਨਾਂ ਨੂੰ ਸਮਝ ਲੱਗ ਸਕੇ ਕਿ ਇੱਥੇ ਵਾਪਰਿਆ ਕੀ ਹੈ, ਕਿਹੜਾ ਉਹ ਕਹਿਰ ਝੁੱਲਿਆ ਜਿਹਦੇ ਕਰਕੇ ਅੱਜ ਵੀ ਅਸੀਂ ਇਹ ਗੱਲ ਸੋਚਦੇ ਹਾਂ ਕਿ ਜੇ ਸਿੱਖਾਂ ਨੇ ਜਾਂ ਸਿੱਖੀ ਨੇ ਜੇ ਬਚਣਾ ਤਾਂ ਖਾਲਿਸਤਾਨ ਜ਼ਰੂਰੀ ਹੈ। ਖੈਰ, ਜਿਹੜੀ ਗੱਲ ਅੱਜ ਆਪਾਂ ਭਾਈ ਦਿਲਾਵਰ ਸਿੰਘ ਦੀ ਕਰਨ ਲੱਗੇ ਆ, ਉਹ ਕਰਨ ਦੇ ਨਾਲ ਨਾਲ ਮੈਂ ਇੱਕ ਹੋਰ ਗੱਲ ਦੱਸਾਂ ਬਈ, ਬਿਆੰਤੇ ਬੁੱਚੜ ਦੇ ਰਾਜ ਵਿੱਚ ਜਿਹੜੇ ਅਕਾਲੀ ਭਰਾ ਸਾਡੇ ਬਾਦਲ ਟੌੜੇ ਵਗੈਰਾ, ਇਹਨਾਂ ਨੂੰ ਵੀ ਉਹਨੇ ਧੱਕ ਕੇ ਖੂੰਜੇ ਲਾਇਆ ਹੋਇਆ ਸੀ, ਕੋਈ ਖੰਘ ਨਹੀਂ ਸੀ ਸਕਦਾ, ਸਿਆਸੀ ਸਰਗਰਮੀ ਬਿਲਕੁਲ ਬੰਦ, ਇੱਥੋਂ ਤੱਕ ਕਿ ਜੇ ਇਹਨਾਂ ਨੇ ਕੋਈ ਕਾਨਫਰੰਸਾਂ ਵਗੈਰਾ ਰੱਖਣੀਆਂ, ਉਹਨੇ ਪਹਿਲਾਂ ਹੀ ਪੁਲਿਸ ਦੀਆਂ ਧਾੜਾਂ ਭੇਜ ਕੇ ਇਹਨਾਂ ਨੂੰ ਚੱਕ ਲੈਣਾ, ਬਹੁਤ ਧੱਕ ਕੇ ਇਹਨਾਂ ਨੂੰ ਜਲੀਲ ਕੀਤਾ ਜਾਂਦਾ ਸੀ। ਉਹਨਾਂ ਦਿਨਾਂ ਦੇ ਵਿੱਚ ਇਹਨਾਂ ਤੋਂ ਕੋਈ ਬਿਆਨ ਵੀ ਨਹੀਂ ਚੱਜ ਹਾਲ ਨਾਲ ਦੇ ਹੁੰਦਾ ਸੀ, ਤੇ ਉਦੋਂ ਭਾਈ ਜਸਵੰਤ ਸਿੰਘ ਖਾਲੜੇ ਵਰਗੇ ਉਹ ਪੰਜਾਬ ਪੁਲਿਸ ਦੇ ਉਹਨਾਂ ਜ਼ੁਲਮਾਂ ਦੀ ਦਾਸਤਾਨ ਬਿਆਨ ਕਰਦੇ ਫਿਰਦੇ ਸੀ। ਉਹ ਸਾਰਾ ਜਿਹੜੀ ਜ਼ੁਲਮ ਦੇ ਅੰਕੜੇ ਸੀ ਉਹ ਇਕੱਠੇ ਕਰਕੇ, ਜਦੋਂ ਇੱਥੇ ਅੰਮ੍ਰਿਤਸਰ ਦੇ ਵਿੱਚ ਭਾਈ ਖਾਲੜਾ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਇੰਨੇ 25,000 ਦੇ ਕਰੀਬ ਜਿਹੜਾ ਨੌਜਵਾਨ ਆ ਉਹ ਮਾਰ ਦਿੱਤਾ ਗਿਆ, ਅਣਪਛਾਤੀਆਂ ਲਾਸ਼ਾਂ ਕਹਿ ਕੇ ਫੂਕ ਦਿੱਤਾ ਗਿਆ, ਤਾਂ KPS ਗੱਲ ਭੱਜਿਆ ਆਇਆ ਤੇ ਉਸੇ ਹੋਟਲ 'ਚ ਅੰਮ੍ਰਿਤਸਰ 'ਚ ਉਸੇ ਕੁਰਸੀ ਤੇ ਬਹਿ ਕੇ ਉਹਨਾਂ ਹੀ ਪੱਤਰਕਾਰਾਂ ਦੀ ਹਾਜ਼ਰੀ 'ਚ ਕਿਹਾ ਵੀ ਇਹ ਝੂਠ ਬੋਲਦੇ ਆ ਜੀ, ਉਹ ਤਾਂ ਮੁੰਡੇ ਬਾਹਰਲੇ ਮੁਲਕਾਂ 'ਚ ਚਲੇ ਗਏ, ਦਹਾੜੀਆਂ ਲਾਉਂਦੇ ਫਿਰਦੇ ਆ, ਲੋਟ ਕੁਮਾਰ ਹੈ ਜੀ। ਅਗਲੇ ਦਿਨ ਭਾਈ ਖਾਲੜਾ ਨੇ ਉੱਥੇ ਬਹਿ ਕੇ ਚੈਲੰਜ ਕੀਤਾ ਤੇ ਉਹ ਲਿਸਟਾਂ ਜਾਰੀ ਕੀਤੀਆਂ ਕਿ ਫਲਾਣੇ ਨੂੰ ਫਲਾਣੇ ਸ਼ਮਸ਼ਾਨ ਘਾਟ ਦੇ ਵਿੱਚ, ਫਲਾਣੇ ਨੂੰ ਫਲਾਣੇ ਸ਼ਮਸ਼ਾਨ ਘਾਟ ਦੇ ਵਿੱਚ ਆਹ ਕਾਕੂ ਲਿਸਟ ਆਇਆ, ਬੰਦਿਆਂ ਨੂੰ ਫੂਕ ਦਿੱਤਾ ਗਿਆ, ਸਾੜ ਦਿੱਤਾ ਗਿਆ, ਅਣਪਛਾਤੀਆਂ ਲਾਸ਼ਾਂ ਕਹਿ ਕੇ ਫੂਕਿਆ ਗਿਆ। ਕਮਾਲ ਦੀ ਗੱਲ ਇਹ ਆ ਕਿ ਨਾਂ ਦਿੱਤਾ ਹੋਇਆ ਬੰਦੇ ਦਾ, ਨਾਂ ਲਿਖਿਆ ਹੋਇਆ ਕਿ ਫਲਾਨਾ ਸਿੰਘ ਫਲਾਨੇ ਪਿੰਡ ਦਾ, ਪਰ ਲਾਸ਼ ਅਣਪਛਾਤੀ ਹੈ ਜੀ। ਅਣਪਛਾਤੀ ਕਿਵੇਂ ਜਦੋਂ ਤੁਸੀਂ ਉਹਦਾ ਨਾਂ ਲਿਖ ਰਹੇ ਹੋ? ਸੋ ਅਣਪਛਾਤੀਆਂ ਲਾਸ਼ਾਂ ਕਹਿ ਕਹਿ ਕੇ ਜਦੋਂ ਪੰਜਾਬ ਦੇ ਲੋਕਾਂ ਨੂੰ ਘਰਾਂ ਚੋਂ ਚੱਕ ਚੱਕ ਕੇ ਸਾੜਿਆ ਫੂਕਿਆ ਜਾ ਰਿਹਾ ਸੀ, ਉਹਨਾਂ ਦਿਨਾਂ ਦੇ ਵਿੱਚ ਸਾਡੇ ਅਕਾਲੀ ਭਰਾ ਵੀ ਪਤਾ ਨਹੀਂ ਕਿਹੜੀ ਖੁੱਡ 'ਚ ਬੜੇ ਬੈਠੇ ਸੀ, ਜ਼ੁਲਮ ਦੇ ਡਰੇ ਹੋਏ, ਇਹ ਵੀ ਖੰਘਦੇ ਨਹੀਂ ਸੀ। ਉਦੋਂ ਭਾਈ ਖਾਲੜੇ ਵਰਗੇ ਬੇਸ਼ੱਕ ਉਹਨਾਂ ਨੂੰ ਆਪਦੀ ਵੀ ਸ਼ਹਾਦਤ ਦੇਣੀ ਪਈ, ਦੁਸ਼ਮਣ ਨੇ ਕਿਹਾ ਸੀ 25,000 ਦਾ ਹਿਸਾਬ ਦੇਣਾ ਤਾਂ ਇੱਕ ਲਾਸ਼ ਹੋਰ ਸਹੀ 25,000 ਇੱਕ ਦਾ ਹਿਸਾਬ ਦੇ ਦਿਆਂਗੇ। ਉਹਨਾਂ ਦਿਨਾਂ ਦੇ ਵਿੱਚ ਧੰਨ ਸੀ ਉਹ ਸੂਰਮੇ ਜਿਨ੍ਹਾਂ ਨੇ ਇਸ ਜ਼ਬਰ ਦੇ ਸਾਹਮਣੇ ਨੀਵੀਂ ਪਾ ਕੇ ਦਿਨ ਕੱਟਣ ਦੀ ਬਜਾਏ ਜ਼ੁਲਮ ਨੂੰ ਤੇ ਜ਼ਾਲਮ ਨੂੰ ਸਿੱਧੇ ਮੱਥੇ ਟੱਕਰਨ ਦਾ ਹੌਸਲਾ ਕੀਤਾ। ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਉਹਨਾਂ ਨੇ ਕਾਮਯਾਬੀ ਦੇ ਨਾਲ ਇਸ ਸਾਕੇ ਨੂੰ ਵਪਰਾਇਆ। ਬਿਆੰਤੇ ਬੁੱਚੜ ਦਾ 31 ਅਗਸਤ 1995 ਨੂੰ ਫੀਤਾ ਫੀਤਾ ਕਰਕੇ ਉਡਾ ਦਿੱਤਾ। ਉਸ ਐਕਸ਼ਨ ਨਾਲ ਸੰਬੰਧਿਤ ਹਰ ਗੁਰਸਿੱਖ ਦੇ ਸਾਹਮਣੇ ਸਾਡਾ ਸਿਰ ਝੁਕਦਾ, ਪਰ ਸਭ ਤੋਂ ਵੱਡੀ ਘਾਲ ਕਮਾਈ ਆ ਜਦੋਂ ਆਪਾਂ ਨੂੰ ਮਾੜਾ ਜਿਹਾ ਚੀਰਾ ਆ ਜੇ ਨਾ, ਕਿਤੇ ਰਸੋਈ 'ਚ ਕੰਮ ਕਰਦਿਆਂ ਦੇ ਜਾਂ ਕਿਸੇ ਹੋਰ ਤਰੀਕੇ ਨਾਲ ਮਾੜਾ ਜਿਹਾ ਕਿਤੇ ਬਲੇਡ ਬੂੜ ਵੱਜ ਜਾਵੇ ਜਾਂ ਕੈਂਚੀ ਕੁਲਚੀ ਨਾਲ ਵੱਜ ਜਾਵੇ, ਕੁਛ ਕਰ ਦੇਣਾ ਵੱਜ ਜਾਵੇ, ਆਪਾਂ ਰੋਲੇ ਪਿੱਟਦੇ ਆ, ਡਰਦੇ ਆ।
ਪਰ ਉਸ ਵੀਰ ਨੂੰ ਚੰਗਾ ਭਲਾ ਪਤਾ ਸੀ ਕਿ ਮੇਰੇ ਪਿੰਡੇ ਨਾਲ ਜਿਹੜਾ ਬੰਬ ਬੰਨਿਆ ਹੈ ਇਹਦੇ ਨਾਲ ਮੈਂ ਉੱਡ ਜਾਣਾ। ਪਰ ਬੇਅੰਤ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੇ ਲਈ, ਧਰਮ ਬਚਾਉਣ ਦੇ ਲਈ, ਮਨੁੱਖਤਾ ਬਚਾਉਣ ਦੇ ਲਈ, ਮਨੁੱਖੀ ਹੱਕਾਂ ਦੀ ਰਾਖੀ ਦੇ ਲਈ ਉਸ ਭਾਈ ਦਿਲਾਵਰ ਸਿੰਘ ਨੇ ਆਪਦੀ ਜਾਨ ਵਾਰ ਦਿੱਤੀ। ਤੇ ਉਸ ਤੋਂ ਬਾਅਦ ਵਿੱਚ ਮਾਹੌਲ ਬਦਲਿਆ। ਬੇਅੰਤੇ ਬੁੱਚੜ ਤੋਂ ਬਾਅਦ KPS ਗਿੱਲ ਨੂੰ ਵੀ ਛੇਤੀ ਦਿੱਲੀ ਤੋਰ ਦਿੱਤਾ ਗਿਆ ਪੰਜਾਬ ਤੋਂ। ਫਿਰ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣਿਆ, ਫਿਰ ਭੱਠਲ ਬਣੀ। ਉਪਰੰਤ ਵੋਟਾਂ ਆਈਆਂ ਤੇ ਲੋਕ ਦੁਖੀ ਬਹੁਤ ਸੀ। ਬਾਦਲ ਦਲ ਨੇ ਝੂਠ ਵੀ ਕਰਾਰੇ ਬੋਲੇ। ਇਹ ਬੜਾ ਸਾਨੂੰ ਇਸ ਗੱਲ ਦੇ ਵਿੱਚ ਪਛੜਾ ਲਿਆ ਕਿ ਜੀ ਇੱਕ ਵਾਰੀ ਸਾਨੂੰ ਤੁਸੀਂ ਬਸ ਸੱਤਾ ਨੂੰ ਹੱਥ ਪਵਾ ਦਿਓ, ਫੱਟੇ ਚੱਕ ਦਿਆਂਗੇ, ਸਿੱਖਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਅਕਿਰਤ ਘਣਤਾ ਦਿਖਾਈ, ਧੋਖਾ ਕੀਤਾ, ਗਦਾਰੀ ਕੀਤੀ ਪੰਜਾਬ ਨਾਲ ਤੇ ਪੰਥ ਨਾਲ, ਮੁੱਕਰ ਗਏ ਕਿ ਬਾਅਦ 1995 ਤੋਂ ਅੱਜ 2022 ਆ ਗਿਆ। ਅੱਜ ਤੱਕ ਬੜੀ ਵਾਰ ਬੇਅੰਤ ਵਾਰ ਪਿੱਟ ਕੇ ਮਰ ਗਏ ਸ਼੍ਰੋਮਣੀ ਕਮੇਟੀ ਵਾਲਿਆਂ ਕੋਲੇ, ਅਕਾਲ ਤਖਤ ਸਾਹਿਬ ਕੋਲੇ, ਬਾਦਲ ਦਲ ਦੇ ਲੀਡਰਾਂ ਕੋਲੇ ਕਿ ਭਾਈ ਦਿਲਾਵਰ ਸਿੰਘ ਦੀ ਫੋਟੋ ਆ ਜਿਹੜੀ ਉਹ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗਣੀ ਚਾਹੀਦੀ। ਪਹਿਲਾਂ ਤਾਂ ਉਹਦਾ ਦਿਨ ਹੀ ਨਹੀਂ ਸੀ ਮਨਾਉਂਦੇ। ਇਹ ਤਾਂ ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਵਾਲਾ ਮਸਲਾ ਉੱਭਰਿਆ, ਉਸ ਤੋਂ ਬਾਅਦ ਵਿੱਚ ਹਰ ਸਾਲ ਫਿਰ ਮਨ ਵਿੱਚ ਬਹੁਤ ਸਾਰੇ ਭੈਣ ਭਰਾਵਾਂ ਦੇ ਇਹ ਆਈ ਗੱਲ। ਤੇ ਹੁਣ ਹਰ ਸਾਲ 31 ਅਗਸਤ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਦਿਨ ਪਰਿਵਾਰਕ ਤੌਰ ਦੇ ਉੱਤੇ, ਜਥੇਬੰਦਕ ਤੌਰ ਦੇ ਉੱਤੇ ਇੱਥੇ ਮਨਾਇਆ ਜਾਂਦਾ। ਸ਼੍ਰੋਮਣੀ ਕਮੇਟੀ ਨਹੀਂ ਮਨਾਉਂਦੀ। ਇੰਨਾ ਹੀ ਸ਼ੁਕਰ ਬੜਾ ਅਸੀਂ ਮੰਨਦੇ ਹਾਂ ਵੀ ਇਹ ਇੱਥੇ ਸਾਨੂੰ ਕਰਨ ਦਿੰਦੇ। ਬਾਅਦ ਵਿੱਚ ਆ ਜਿਹੜਾ B ਬਲਾਕ ਵਾਲਾ ਗੁਰਦੁਆਰਾ ਜਿਹੜਾ ਦਮਦਮੀ ਟਕਸਾਲ ਦੇ ਪ੍ਰਬੰਧ ਹੇਠ ਆ, ਜਿੱਥੇ 13 ਸਿੰਘਾਂ ਦੀ 1978 ਨੂੰ ਸ਼ਹਾਦਤ ਹੋਈ ਹੈ, ਫਿਰ ਬਾਅਦ ਵਿੱਚ ਇੱਥੇ ਕੀਰਤਨ ਦਰਬਾਰ ਕਰ ਲਈਦਾ, ਕਥਾ ਵਾਰਤਾ ਕਰ ਲਈਦੀ ਆ। ਇੱਥੇ ਆਪਦੇ ਪੰਥਕ ਬੁਲਾਰੇ ਬੋਲਦੇ ਆ। ਸਵੇਰੋਂ ਹਰ 31 ਅਗਸਤ ਨੂੰ ਅਕਾਲ ਤਖਤ ਸਾਹਿਬ ਦੇ ਉੱਪਰਲੇ ਕਿਸੇ ਨਾ ਕਿਸੇ ਥਾਂ ਦੇ ਉੱਤੇ ਅਖੰਡ ਪਾਠ ਕਰਾ ਲਈਦਾ। ਅਸੀਂ ਬੜੇ ਲੰਮੇ ਅਰਸੇ ਤੋਂ ਇਹ ਲੜਾਈ ਲੜ ਰਹੇ ਸੀ। ਘੱਟੋ ਘੱਟ 15-20 ਵਾਰ ਤਾਂ ਮੈਂ ਹੀ, ਕਦੇ ਮੱਕੜ ਹੁੰਦਾ ਸੀ ਪ੍ਰਧਾਨ, ਕਦੇ ਜਥੇਦਾਰ ਗੁਰਬਚਨ ਸਿੰਘ ਜਥੇਦਾਰ ਹੁੰਦਾ ਸੀ, ਇਹਨਾਂ ਨੂੰ ਮੈਮੋਰੰਡਮ ਦਿੰਦੇ ਹੁੰਦੇ ਸੀਗੇ ਕਿ ਭਾਈ ਦਿਲਾਵਰ ਸਿੰਘ ਨੂੰ ਉਹਦਾ ਬਣਦਾ ਥਾਂ ਦੇਣਾ ਚਾਹੀਦਾ। ਇਹਨਾਂ ਨੇ ਉਹਦਾ ਦਿਨ ਮਨਾਉਣ ਤੋਂ, ਇਹ ਤਾਂ ਉਹ ਤੋਂ ਵੀ ਭੱਜਣ ਨੂੰ ਫਿਰਦੇ ਆ ਕਿਸੇ ਤਰੀਕੇ ਨਾਲ, ਖਹਿੜਾ ਛੁੱਟ ਜੇ। ਪਰ ਅਸੀਂ ਕਹਿੰਦੇ ਸੀ ਫੋਟੋ ਲਾਓ। ਅਸੀਂ ਹੈਰਾਨ ਇਸ ਗੱਲ ਤੋਂ ਆ ਕਿ ਜਿਹੜੇ ਬਾਦਲ ਦਲ ਦੇ ਆਪਦੇ ਪੱਖ ਦੇ ਲੀਡਰ ਹੁੰਦੇ ਆ ਜਾਂ ਹੋਰ ਕੋਈ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਇਹ ਚੰਗਾ ਸਮਝਦੇ ਆ, ਉਹਨਾਂ ਦੀ ਸਿੱਧੀ ਖਬਰ ਆਉਂਦੀ ਆ ਵੀ ਕੱਲ ਫਲਾਣੇ ਦੀ ਫੋਟੋ ਲਾਤੀ ਜੀ। ਲਾਉਣ, ਕੋਈ ਇਤਰਾਜ਼ ਨਹੀਂ। ਕੋਈ ਰਾਗੀ, ਢਾਡੀ, ਕਥਾਕਾਰ, ਪ੍ਰਚਾਰਕ, ਕੋਈ ਵਿਦਵਾਨ ਲੱਗਣੇ ਚਾਹੀਦੇ ਫੋਟੋ, ਇਤਰਾਜ਼ ਨਹੀਂ ਹੈ। ਪਰ ਜਿਹੜੇ ਬੰਦੇ ਬਾਦਲ ਦਲ ਨੂੰ ਸੂਤ ਬਹਿੰਦੇ ਆ ਉਹਨਾਂ ਦੀ ਤਾਂ ਸਿੱਧੀ ਖਬਰ ਆਉਂਦੀ ਹੈ। ਤੇ ਜਿਨ੍ਹਾਂ ਪੰਥ ਦਰਦੀਆਂ ਦਾ, ਜਿਨ੍ਹਾਂ ਗੁਰਸਿੱਖ ਪਿਆਰਿਆਂ ਦਾ ਅਸੀਂ ਕਹਿੰਦੇ ਆ ਕਿ ਫੋਟੋ ਲੱਗਣਾ ਚਾਹੀਦਾ, ਉਹਨਾਂ ਦੀ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਲਵਾਉਣ ਲਈ ਵੀ ਬੜੀ ਜਦੋਜਹਿਦ ਕਰਨੀ ਪਈ ਸੀ। ਭਾਈ ਦਿਲਾਵਰ ਸਿੰਘ ਦੀ ਫੋਟੋ ਲਈ ਵੀ ਇਹੀ ਕੁਝ ਚੱਲਦਾ ਆ ਰਿਹਾ। ਪਿੱਛੇ ਜੇ ਕੁਝ ਸਿੱਖ ਨੌਜਵਾਨਾਂ ਨੇ ਕਿਹਾ ਕਿ ਜੀ ਫੋਟੋ ਬਾਰੇ ਕੀ ਹੋਣਾ ਚਾਹੀਦਾ, ਤਾਂ ਉਹਨਾਂ ਨੂੰ ਇਹੀ ਕਿਹਾ ਸੀ ਕਿ ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਲਈ ਅਲਟੀਮੇਟਮ ਦਿੱਤਾ ਸੀ ਉਸ ਵੇਲੇ ਸਿੱਖ ਜਥੇਬੰਦੀਆਂ ਕਿ ਜੇ ਇੰਨੀ ਤਰੀਕ ਤੱਕ ਲਾਤੀ ਠੀਕ ਆ, ਨਹੀਂ ਅਸੀਂ ਲਾਵਾਂਗੇ। ਫਿਰ ਭੱਜੇ ਫਿਰਦੇ ਸੀ, ਰਾਤੋਂ ਰਾਤੀ ਲਾਤੀ ਸੀ ਇਹਨਾਂ ਨੇ ਲਿਆ ਕੇ। ਹੁਣ ਵੀ ਅਸੀਂ ਕਈ ਵਾਰ ਸੋਚਦੇ ਸੀ ਕਿ ਜਦੋਂ 31 ਅਗਸਤ ਦਾ ਦਿਨ ਆਊਗਾ ਉਦੋਂ ਪਹਿਲਾਂ ਅਲਟੀਮੇਟਮ ਦੇ ਦੇਵਾਂਗੇ ਕਿ ਜੇਕਰ 25 ਅਗਸਤ ਤੱਕ ਫੋਟੋ ਲਾਤੀ ਠੀਕ ਆ, ਨਹੀਂ ਫਿਰ ਅਸੀਂ 31 ਨੂੰ ਆਪ ਲਾਵਾਂਗੇ। ਪਰ ਸਾਡੇ ਹੀ ਕੁਝ ਭੈਣ ਭਰਾ ਬਾਹਰ ਅੰਦਰ ਜਿਹੜੇ ਬੈਠੇ ਆ ਉਹ ਕਹਿੰਦੇ ਨਹੀਂ, 31 ਅਗਸਤ ਵਾਲੇ ਦਿਨ ਐਵੇਂ ਖੱਲਰ ਜਿਹੇ ਵਾਲਾ ਮਾਹੌਲ ਨਾ ਬਣ ਜੇ, ਇਹਨਾਂ ਨੂੰ ਬਹਾਨਾ ਨਾ ਮਿਲ ਜੇ ਤੇ ਅਸੀਂ ਅੰਦਰ ਪ੍ਰੋਗਰਾਮ ਨਹੀਂ ਕਰਨ ਦਿਆ ਕਰਨਾ। ਤੁਸੀਂ ਕੋਈ ਹੋਰ ਤਰੀਕੇ ਨਾਲ ਸੋਚੋ। ਬੜਾ ਮਨ ਬੈਰਾਗ ਨਾਲ ਭਰਿਆ ਰਹਿੰਦਾ ਸੀ, ਬੜਾ ਸੰਯੋਗ ਪੰਜ ਵਿੱਚ ਰਹਿੰਦਾ ਸੀ। ਕਿੱਥੇ ਉਹ ਭਰਾ ਸਾਡਾ ਜਿਹੜਾ ਜਾਨ ਵਾਰ ਗਿਆ, ਕਿੱਥੇ ਇਹ ਲੋਕ ਜਿਸ ਬਾਦਲ ਦਲ ਨੂੰ ਉਹਨੇ ਧੱਕ ਕੇ ਘਰਾਂ 'ਚ ਮਾਰਿਆ ਸੀ ਬੇਅੰਤੇ ਬੁੱਚੜ ਨੇ। ਇਸ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਕਰਕੇ ਇਹਨਾਂ ਨੂੰ 3 ਵਾਰੀ ਸਰਕਾਰ ਬਣਾਉਣ ਦਾ ਮੌਕਾ ਮਿਲਿਆ, ਨਹੀਂ ਉਹਨੇ ਖੰਗਣ ਦਿੱਤੇ ਸੀ ਕਦੇ। ਸੋ ਭਾਈ ਦਿਲਾਵਰ ਸਿੰਘ ਦੇ ਪਤਾ ਨਹੀਂ ਇਹਨਾਂ ਨੂੰ ਕੀ ਉਹਦੇ ਨਾਲ ਨਫ਼ਰਤ, ਕੀ ਵੈਰ ਸੀ। ਖੈਰ ਹੁਣ ਜਦੋਂ ਆ ਵੋਟਾਂ ਆ ਗਈਆਂ, ਕਿਉਂਕਿ 2017 ਚ ਹਾਰੇ, ਹੁਣ 22 ਚ ਹਾਰੇ,
ਤੇ ਹੁਣ ਪੰਥਕ ਬਣਨ ਦਾ ਜਿਹੜਾ ਚਸਕਾ ਵਾ, ਜਿਹੜੀ ਲੋੜ ਆ, ਉਹਦੇ ਤਹਿਤ ਬੜੇ ਡਰਾਮੇ ਕਰਦੇ ਅੱਜ ਕੱਲ੍ਹ ਬਾਦਲ ਦਲ ਵਾਲੇ। ਹੁਣ ਤਾਂ ਜੋ ਚਾਹੋ ਉਹ ਕਰਨ ਨੂੰ ਤਿਆਰ ਆ। ਲੋਕ ਮਖੌਲਾ ਕਰਦੇ ਆ ਵੀ ਜੇ ਇੱਕ ਵਾਰੀ ਹੋਰ ਹਾਰ ਗਏ, ਇਹਨਾਂ ਨੇ ਖਾਲਿਸਤਾਨ ਦਾ ਨਾਅਰਾ ਸਭ ਤੋਂ ਮੂਹਰੇ ਹੋ ਕੇ ਲਾਇਆ ਕਰਨਾ। ਸੋ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਮੈਂ ਜਿਹੜੀ ਚਰਚਾ ਬਾਰੇ ਗੱਲ ਕਰਨ ਲੱਗਿਆ ਉਹ ਇਹ ਹੈ ਕਿ ਇੱਥੇ ਪੰਥਕ ਸਫਾ ਦੇ ਵਿੱਚ ਇਹ ਚਰਚਾ ਚੱਲ ਰਹੀ ਆ ਕਿ ਕੱਲ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਫੋਟੋ ਲੱਗਣ ਜਾ ਰਹੀ ਹੈ। ਚੰਗੀ ਗੱਲ, ਲੱਗਣੀ ਚਾਹੀਦੀ ਹੈ, ਪਰ 1995 ਤੋਂ ਅੱਜ ਤੱਕ ਜਿਹੜਾ ਇਹਨਾਂ ਦਾ ਹਾਲ ਰਿਹਾ, ਤੇ ਜਿਵੇਂ ਅੱਜ ਵੋਟਾਂ ਦੇ ਕਰਕੇ, ਕਿਉਂਕਿ ਭਾਈ ਬਲਵੰਤ ਸਿੰਘ ਰਾਜੋਆਣਾ ਉਹਦੀ ਭੈਣ ਬੀਬੀ ਕਮਲਦੀਪ ਕੌਰ ਚੋਣ ਲੜ ਰਹੀ ਹੈ। ਚਲੋ ਸਾਡੇ ਵੋਟਾਂ ਬਾਰੇ ਜਾਂ ਬੀਬੀ ਕਮਲਦੀਪ ਕੌਰ ਬਾਰੇ ਜਾਂ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਵਿਚਾਰਾਂ ਨਾਲ ਵੀ ਵਿਚਾਰਾਂ ਦਾ ਵਖਰੇਵਾ ਹੋ ਸਕਦਾ, ਕੋਈ ਉਹ ਗੱਲ ਨਹੀਂ, ਉਹ ਗਲਤ ਆ ਜਾਂ ਅਸੀਂ ਗਲਤ ਆ, ਇਹ ਵੱਖਰੀ ਗੱਲ। ਪਰ ਭਾਈ ਦਿਲਾਵਰ ਸਿੰਘ ਸਾਰਿਆਂ ਦਾ ਸਾਂਝਾ ਨਾਇਕ ਆ। ਜੇ ਕਿਤੇ ਉਹਦੇ ਪ੍ਰਤੀ, ਉਹਦੀ ਘਾਲਣਾ ਪ੍ਰਤੀ ਇਹਨਾਂ 'ਚ ਮਾੜੀ ਮੋਟੀ ਵੀ ਸੰਵੇਦਨਾ ਹੁੰਦੀ ਤਾਂ ਆਹ 1995 ਤੋਂ 2022 ਨਹੀਂ ਸੀ ਆਉਂਦਾ। ਹੁਣ ਵੀ ਲੱਗਦਾ ਇਹੀ ਆ, ਚਰਚਾ ਇਹੀ ਆ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਕਿਹਾ ਹੋਣਾ ਕਿ ਨਹੀਂ ਤਾਂ ਫਿਰ ਮੈਂ ਆਪਦੀ ਭੈਣ ਨੂੰ ਕਹਿ ਦੂੰਗਾ ਵੀ ਪਿੱਛੇ ਹਟ ਜਾ ਤੇ ਮੈਦਾਨ ਛੱਡ ਦੇ, ਨਹੀਂ ਤੂੰ ਲਾ ਉੱਥੇ। ਤਾਂ ਸੁਖਬੀਰ ਸਿੰਘ ਨੇ ਕਿਹਾ ਹੋਣਾ ਭਾਈ ਲਾ ਦੋ ਫੋਟੋ, ਨਹੀਂ ਤਾਂ ਕੰਮ ਚੱਲਿਆ ਹੱਥ ਚੋਂ। ਇਹ ਇੰਨੀ ਛੇਤੀ ਗੱਲ ਹੋ ਨਹੀਂ ਸਕਦੀ। ਕੋਈ ਚੱਕਰ ਕਹਾਣੀ ਵਿੱਚ ਹੈ ਜ਼ਰੂਰ ਆ, ਜਿਹਦੀ ਕਰਕੇ ਇਹਨਾਂ ਨੂੰ ਹੁਣ ਤਾਂ 31 ਅਗਸਤ ਨੂੰ ਨਹੀਂ ਉਡੀਕਦੇ। ਅੱਗੇ ਤਾਂ ਕੋਈ ਨਾ ਕੋਈ ਬਹਾਨਾ ਘੜਿਆ ਪਿਆ ਹੁੰਦਾ ਸੀਗਾ, ਹੁਣ ਤਾਂ 31 ਅਗਸਤ ਤੱਕ ਵੀ ਉਡੀਕ ਰਹੇ ਹੈਗੇ ਵੀ ਨਹੀਂ ਤਾਂ ਹੁਣ ਐਲਾਨ ਕਰ ਸਕਦੇ ਸੀ ਵੀ 31 ਅਗਸਤ ਨੂੰ ਭਾਈ ਦਿਲਾਵਰ ਸਿੰਘ ਦੀ ਫੋਟੋ ਲਾਵਾਂਗੇ। ਹੁਣ ਤਾਂ ਕੱਲ ਨੂੰ ਲੱਗਣ ਜਾ ਰਹੀ ਹੈ 14 ਜੂਨ ਨੂੰ। ਸੋ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਆ, ਮਨ ਨੂੰ ਤਸੱਲੀ ਆ ਕਿ ਸਾਡੇ ਸ਼ਹੀਦ ਭਰਾ ਦੀ ਫੋਟੋ ਜਿਹੜੀ ਹੈ ਉਹ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗਣੀ ਹੈ। ਪਰ ਇਸ ਗੱਲ ਲਈ ਇਹਨਾਂ ਨੂੰ ਲਾਹਣਤਾਂ ਵੀ ਪੈਣਗੀਆਂ। ਅਕਿਰਤ ਘਣਤਾ ਜਿਹੜੀ ਦਿਖਾਈ ਆ ਇਹਨਾਂ ਨੇ, ਹੁਣ ਤੱਕ ਲਾਈ ਕਿਉਂ ਨਹੀਂ? ਚਾਹੀਦਾ ਤਾਂ ਇਹ ਸੀ ਕਿ 1997 ਦੇ ਵਿੱਚ ਜਦੋਂ ਸਰਕਾਰ ਬਣੀ ਸੀ ਨਾ, ਉਦੋਂ ਹੀ ਪਹਿਲੇ ਚੱਕਰ 'ਚ ਇਹ ਗੱਲ ਹੋ ਜਾਣੀ ਚਾਹੀਦੀ ਸੀ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਤੀ। ਤੇ ਹੁਣ ਹਰ ਸਾਲ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਵੱਡੇ ਪੱਧਰ ਤੇ ਅਕਾਲ ਤਖਤ ਸਾਹਿਬ ਵਿਖੇ ਮਨਾਇਆ ਕਰਾਂਗੇ। ਤੇ ਨਾਲ ਕੋਈ ਹੋਰ ਐਲਾਨ ਵੀ ਕੀਤਾ ਜਾ ਸਕਦਾ ਸੀ, ਜਿਵੇਂ ਜਲੰਧਰ ਦੇ ਵਿੱਚ ਬੇਅੰਤੇ ਬੁੱਚੜ ਦਾ ਬੁੱਤ ਲਾਇਆ ਹੋਇਆ, ਤੇ ਜਿਹੜਾ ਦਿੱਲੀ ਤੋਂ ਸੜਕ ਪੰਜਾਬ 'ਚ ਨੂੰ ਵੜਦੀ ਹੈ ਚੰਡੀਗੜ੍ਹ ਆਉਣਾ ਕਿਸੇ ਨੇ ਜਾਂ ਹੋਰ, ਉਹ ਇੱਕ ਰਾਜਪੁਰੇ ਕੋਲੇ ਇੱਕ ਚੌਂਕ ਆ ਜਿਹਨੂੰ ਗਗਨ ਚੌਂਕ ਕਹਿੰਦੇ ਆ। ਉੱਥੇ ਗਗਨ ਘਿਓ ਦੀ ਫੈਕਟਰੀ ਸੀ ਤੇ ਗਗਨ ਘਿਓ ਦਾ ਡੱਬਾ ਜਾਂ ਰੱਖ ਕੇ ਉਹਦੀ ਮਸ਼ਹੂਰੀ ਕੀਤੀ ਹੁੰਦੀ ਸੀ, ਉਹਨੂੰ ਗਗਨ ਚੌਂਕ ਕਹਿੰਦੇ ਆ। ਚਾਹੀਦਾ ਇਹ ਆ ਵੀ ਉੱਥੇ ਨਾ ਭਾਈ ਦਿਲਾਵਰ ਸਿੰਘ ਦਾ ਵੱਡਾ ਵਧੀਆ ਬੁੱਤ, ਹਾਲਾਂਕਿ ਆਪਣੇ ਬੁੱਤ ਪ੍ਰਸਤੀ ਦੀ ਕੋਈ ਭਾਵਨਾ ਨਹੀਂ ਹੈ, ਪਰ ਜਿਵੇਂ ਇੱਥੇ ਅੰਮ੍ਰਿਤਸਰ ਦੇ ਵਿੱਚ ਭਾਈ ਮਹਾਰਾਜਾ ਰਣਜੀਤ ਸਿੰਘ ਦਾ ਜਾਂ ਜੱਸਾ ਸਿੰਘ ਆਹਲੂਵਾਲੀਏ ਦਾ, ਸਰਦਾਰ ਜੱਸਾ ਸਿੰਘ ਰਾਮਗੜੀਏ ਦਾ, ਜਾਂ ਹੋਰ ਸਾਡੇ ਸਿੱਖ ਜਰਨੈਲਾਂ ਦੇ ਘੋੜਿਆਂ ਤੇ ਚੜ੍ਹਿਆਂ ਦੇ ਬੁੱਤ ਵਗੈਰਾ ਬਣੇ ਹੋਏ ਨੇ, ਉਵੇਂ ਦੀ ਕੋਈ ਵੱਡੀ ਪਹਾੜੀ ਵਰਗੀ ਵੱਡੀ ਸਾਰੀ ਹੋਣੀ ਚਾਹੀਦੀ ਸੀ। ਜਿਹੜੇ ਭੈਣ ਭਰਾ ਬਾਹਰਲੇ ਮੁਲਕਾਂ 'ਚ ਬੈਠੇ ਆ, ਹਜੇ ਪੰਜਾਬ ਲੰਮੇ ਅਰਸੇ ਤੋਂ ਨਹੀਂ ਆਏ, ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ RSS ਦੇ ਏਜੰਡੇ ਤਹਿਤ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੇ ਬਾਹਰ ਸ਼ਿਵ ਜੀ ਦਾ, ਹਨੂਮਾਨ ਦਾ, ਹੋਰ ਹਿੰਦੂ ਨਾਇਕਾਂ ਦਾ ਵੱਡੇ ਵੱਡੇ ਬੁੱਤ ਲੱਗੇ ਹੋਏ ਨੇ, ਜਿਹੜੇ ਸ਼ਹਿਰੋਂ ਦੂਰੋਂ ਦੇਖਣ ਲੱਗ ਜਾਂਦੇ। ਉਵੇਂ ਦਾ ਇੱਕ ਵੱਡਾ ਜਿਹੜਾ ਬੁੱਤ ਸੀ ਉਹ ਭਾਈ ਦਿਲਾਵਰ ਸਿੰਘ ਦਾ ਰਾਜਪੁਰੇ ਕੋਲ ਬਣਨਾ ਚਾਹੀਦਾ, ਤਾਂ ਕਿ ਸਾਰੇ ਭਾਰਤ ਨੂੰ ਪਤਾ ਲੱਗੇ ਕਿ ਪੰਜਾਬ ਦੇ ਨਾਇਕ ਕੌਣ ਨੇ। ਪੰਜਾਬ ਦੇ ਨਾਇਕ ਉਹ ਨੇ ਜਿਨ੍ਹਾਂ ਨੇ ਪੰਜਾਬ ਲਈ ਜਾਂ ਪੰਥ ਲਈ ਕੁਝ ਕੀਤਾ। ਇਹ ਪੱਕੀ ਗੱਲ ਸੀ ਕਿ ਜੇ 1997 ਦੇ ਵਿੱਚ ਬਾਦਲ ਵਾਲੀ ਸਰਕਾਰ ਇਹੋ ਜਿਹੇ ਫੈਸਲੇ ਲੈ ਲੈਂਦੀ ਤਾਂ ਸਾਰੇ ਭਾਰਤ ਦੀਆਂ ਚੀਕਾਂ ਪੈਣੀਆਂ ਸੀ, ਬੜਾ ਪਿੱਟਣਾ ਸੀ। ਭਾਰਤੀ ਮੀਡੀਆ ਨੇ, ਭਾਰਤੀ ਲੋਕਾਂ ਨੇ, ਭਾਰਤੀ ਹਕੂਮਤੀ ਮਸ਼ੀਨਰੀ ਨੇ ਤੇ ਭਾਰਤ ਦੇ ਸਿਆਸੀ ਦਲਾਂ ਨੇ। ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕੋ ਗੱਲ ਕਹਿ ਕੇ ਸਾਰ ਦਿੰਦਾ ਕਿ ਭਾਈ ਮੈਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹ ਤਾਂ ਇਹਨੂੰ ਹੀਰੋ ਮੰਨਦੇ। ਮੈਂ ਜੇ ਅਗਲੀ ਵਾਰ ਇਲੈਕਸ਼ਨ ਜਿੱਤਣੀ ਆ, ਜੇ ਮੈਂ ਅਗਲੀ ਵਾਰ ਵੋਟਾਂ 'ਚ ਜਿੱਤਣਾ, ਮੁੱਖ ਮੰਤਰੀ ਬਣਨਾ, ਸਰਕਾਰ ਬਣਾਉਣੀ ਆ,
ਤਾਂ ਮੈਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। ਇਹ ਆ ਪੰਜਾਬ ਦਾ ਅਸਲ ਹੀਰੋ, ਜਿਹਨੇ ਪੰਜਾਬ ਦੇ ਵਿੱਚ ਸ਼ਾਂਤੀ ਸਥਾਪਿਤ ਕੀਤੀ ਆ ਤੇ ਪੰਜਾਬ ਦੇ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਚੱਲ ਰਹੀ ਸੀ ਉਹਨੂੰ ਰੋਕਿਆ। ਇਸ ਸੂਰਮੇ ਦੀ ਕੁਰਬਾਨੀ, ਇਹਦੀ ਸ਼ਹਾਦਤ ਨੂੰ, ਇਹਦੀ ਘਾਲਣਾ ਨੂੰ ਸਲਾਮ ਕਰਦੇ ਹਾਂ ਅਸੀਂ, ਪਰ ਨਹੀਂ ਕਹਿ ਸਕੇ, ਨਹੀਂ ਕਰ ਸਕੇ। ਉਲਟਾ ਕਾਂਗਰਸ ਨਾਲ ਘਿਓ ਖਿਚੜੀ ਹੋਏ ਰਹੇ। ਆ ਸਾਰਿਆਂ ਦੇ ਸਾਹਮਣੇ ਆ ਗੱਲਾਂ ਬਈ ਜਦੋਂ ਬੇਅੰਤਾ ਬੁੱਚੜ ਉਡਾ ਦਿੱਤਾ ਸਿੰਘਾਂ ਨੇ, ਜਿਨ੍ਹਾਂ ਨੇ ਉਡਾਇਆ ਉਹਨਾਂ ਦੀ ਚਿੰਤਾ ਨਹੀਂ, ਉਹਨਾਂ ਦਾ ਫਿਕਰ ਨਹੀਂ ਕੀਤਾ। ਬੇਅੰਤੇ ਬੁੱਚੜ ਦੇ ਮਰਨ ਤੋਂ ਬਾਅਦ ਅਫਸੋਸ ਕਰਨ ਬਾਦਲ ਸਾਹਿਬ ਤੁਰ ਗਏ। ਆ ਪਿੱਛੇ ਜੋ ਉਹਦਾ ਪੋਤਾ ਮਰ ਗਿਆ ਬੇਅੰਤੇ ਬੁੱਚੜ ਦਾ, ਹਾਲਾਂਕਿ ਸਾਰਾ ਟੱਬਰ ਸਿੱਖਾਂ ਨੂੰ ਤੇ ਸਿੱਖੀ ਨੂੰ ਪੁੱਠਾ ਸਿੱਧਾ ਬੋਲਦਾ ਰਹਿੰਦਾ। ਰਵਨੀਤ ਬਿੱਟੂ ਦੇ ਆਏ ਦਿਨ ਪੁੱਠੇ ਸਿੱਧੇ ਬਿਆਨ ਹੁੰਦੇ, ਪਰ ਬਾਦਲ ਸਾਹਿਬ ਕੰਮ ਹੀ ਪੁੱਠਾ ਕਰਨਾ, ਪੰਥ ਦੇ ਕੌਮ ਦੇ ਹਮੇਸ਼ਾ ਖਿਲਾਫ ਚੱਲਣਾ ਇਸ ਪਰਿਵਾਰ ਨੇ। ਜਦੋਂ ਇਹਨਾਂ ਦਾ ਪੋਤਾ ਮਰ ਗਿਆ ਪਿੱਛੇ ਜੇ ਬੇਅੰਤੇ ਦਾ, ਇਹ ਫੇਰ ਅਫਸੋਸ ਕਰਨ ਜਾ ਵੜਿਆ ਉੱਥੇ। ਅੱਜ ਤੱਕ ਇਹਨੂੰ ਭਾਈ ਦਿਲਾਵਰ ਸਿੰਘ ਦਾ ਜਾਂ ਉਹਨਾਂ ਸਿੱਖਾਂ ਦਾ ਜਿਨ੍ਹਾਂ ਨੇ 1978 ਤੋਂ ਚੱਲੇ ਸੰਘਰਸ਼ ਵਿੱਚ ਸੇਵਾ ਕੀਤੀ ਆ ਕਦੇ ਚੇਤਾ ਨਹੀਂ ਆਇਆ, ਕਦੇ ਕਿਸੇ ਦੇ ਨੇੜ ਦੀ ਨਹੀਂ ਲੰਘਿਆ। ਇੱਥੇ ਇੱਕ ਉਹ ਜਿਹੜਾ ਹਿੰਦੂ ਕੱਟੜਪੰਥੀ ਆ ਹਰਵਿੰਦਰ ਸੋਨੀ ਗੁਰਦਾਸਪੁਰ ਵਾਲਾ, ਜਿਹਨੇ ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਦਮਾ ਦੀ ਉਸ ਦਿਨ ਉਹ ਘਟਨਾ ਦੇ ਵਿੱਚ ਸੀਗਾ ਜਿੱਥੇ ਸ਼ਹਾਦਤ ਹੋਈ ਆ, ਉਹਨੂੰ ਕੋਈ ਗੋਲੀ ਗਾਲੀ ਮਾਰ ਗਿਆ। ਉਹ ਇੱਥੇ ਅੰਮ੍ਰਿਤਸਰ ਹਸਪੀਟਲ 'ਚ ਦਾਖਲ ਸੀ, ਬਾਦਲ ਮੁੱਖ ਮੰਤਰੀ ਸੀ, ਹੈਲੀਕਾਪਟਰ ਤੇ ਚੰਡੀਗੜ੍ਹੋਂ ਇੱਥੇ ਆਇਆ ਤੇ ਉਹਨੂੰ ਦੇਖਣ, ਹਰਵਿੰਦਰ ਸੋਨੀ ਨੂੰ, ਉਹਨੂੰ ਹੌਸਲਾ ਦੇਣ ਆਇਆ। ਉਸੇ ਹਸਪੀਟਲ ਦੇ ਵਿੱਚ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤਰਲੋਕ ਸਿੰਘ ਦਾਖਲ ਸੀ, ਉਹਦਾ ਪਤਾ ਨਹੀਂ ਲਿਆ। ਇਹੋ ਜਿਹੀ ਤਾਂ ਬਿਰਤੀ ਹੈ ਨਾ ਲੋਕਾਂ ਦੀ। ਤਾਂ ਹੁਣ ਸੰਗਰੂਰ ਦੇ ਵਿੱਚ ਹੈਗੀਆਂ ਵੋਟਾਂ, ਤੇ ਵੋਟਾਂ ਦੇ ਵਿੱਚ ਘਲਾੜੀ 'ਚ ਬਾਂਹ ਪੂਰੀ ਆਈ ਹੋਈ ਹੈ। ਇਸ ਕਰਕੇ ਲੋਕ ਹੱਸਦੇ ਨੇ ਵੀ ਹੁਣ ਤਾਂ ਜੋ ਮਰਜ਼ੀ ਕਰਾ ਲਓ ਇਹਨਾਂ ਤੋਂ। ਸੋ ਉਸ ਵੋਟਾਂ ਦੇ ਮੱਦੇ ਨਜ਼ਰ ਇਸ ਬਾਦਲ ਦਲ ਨੇ ਇਹ ਐਲਾਨ ਕੀਤਾ ਕਿ ਆਪਾਂ ਜੀ 14 ਜੂਨ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ 'ਚ ਲਾ ਦੇਣੀ। ਚੰਗੀ ਗੱਲ ਆ, ਬਹੁਤ ਚੰਗੀ ਗੱਲ ਆ, ਫੋਟੋ ਲੱਗਣ ਜਾ ਰਹੀ ਆ, ਪਰ ਇਹਦਾ ਕੋਈ ਸਿਆਸੀ ਲਾਹਾ ਜਿਹੜਾ ਹੈਗਾ ਉਹ ਨਹੀਂ ਮਿਲਣਾ। ਲੋਕਾਂ ਨੂੰ ਪਤਾ ਹੈ ਇਹ ਕਿਸ ਕਾਰਨ ਲਾਈ ਜਾ ਰਹੀ ਹੈ। ਲੋਕ ਭੁੱਲੇ ਨਹੀਂ ਹੋਏ, ਲੋਕਾਂ ਨੂੰ ਪਤਾ ਵੀ ਜੇਲ੍ਹਾਂ 'ਚ ਨਜ਼ਰਬੰਦ ਸਿੱਖ ਤਾਂ ਉਦੋਂ ਵੀ ਸੀ, ਬਾਈਬਲ ਕਾਂਡ ਉਦੋਂ ਵੀ ਸੀ, ਬਰਗਾੜੀ ਕਾਂਡ ਉਦੋਂ ਵੀ ਸੀ, ਭਾਈ ਦਿਲਾਵਰ ਸਿੰਘ ਦੀ ਫੋਟੋ ਉਦੋਂ ਵੀ ਲਾਈ ਜਾ ਸਕਦੀ ਜਦੋਂ ਤੁਹਾਡੇ ਕੋਲੇ ਸਰਕਾਰ ਸੀ। ਅੱਜ ਸਿੱਖਾਂ ਨੂੰ ਬਰਗਲਾਉਣ ਲਈ, ਸਿੱਖਾਂ ਨੂੰ ਭਰਮਾਉਣ ਲਈ ਬੜੇ ਡਰਾਮੇ ਕਰਨੇ ਪੈਣਗੇ, ਪਰ ਉਹ ਡਰਾਮੇ ਹੀ ਨੇ ਨਾ। ਜਦੋਂ ਦਿਲੋਂ ਕਰੋਗੇ ਉਦੋਂ ਵੀ ਲੋਕਾਂ ਨੂੰ ਸਮਝ ਲੱਗ ਜਾਣੀ ਹੈ, ਪਰ ਦਿਲੋਂ ਤੁਸੀਂ ਕਰ ਨਹੀਂ ਸਕਦੇ, ਕਿਉਂਕਿ ਮਨ ਦੇ ਅੰਦਰ ਛਲ ਕਪਟ, ਹੇਰਾ ਫੇਰੀ, ਠੱਗੀ ਠੋਰੀ ਬੜੀ ਹੋਈ ਹੈ। ਇਸ ਕਰਕੇ ਹਰ ਵੇਲੇ, ਹਰ ਮੌਕੇ ਜਦੋਂ ਬੇਈਮਾਨੀ ਨਾਲ ਚੱਲਣਾ, ਉਦੋਂ ਭਾਈ ਦੁਨੀਆ ਫਿਰ ਜਿਹੜੀ ਆ ਉਹ ਸਾਥ ਨਹੀਂ ਦਿੰਦੀ। ਬੇਸ਼ੱਕ ਜਿਹਨੂੰ ਮਰਜ਼ੀ ਖੜਾ ਕਰ ਲਓ। ਅੱਜ ਵੋਟਾਂ ਦੇ ਵਿੱਚ ਬੀਬੀ ਕਮਲਦੀਪ ਕੌਰ ਨੂੰ ਖੜਾ ਕਰਕੇ, ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਦੀ ਭੈਣ ਨੂੰ ਖੜਾ ਕਰਕੇ, ਭਾਈ ਬਲਵੰਤ ਸਿੰਘ ਰਾਜੋਆਣਾ ਜਿਹਨੇ ਬੇਅੰਤੇ ਬੁੱਚੜ ਨੂੰ ਉਡਾਉਣ ਵਾਲੇ ਕੇਸ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਆ, ਉਹਨੂੰ ਖੜਾ ਕਰਕੇ ਇਹ ਸੋਚਦੇ ਹੋਵੋ ਕਿ ਖਣੀ ਵੋਟਾਂ ਪੈ ਜਾਣਗੀਆਂ। ਵੋਟਾਂ ਐ ਨਹੀਂ ਪੈਂਦੀਆਂ। ਲੋਕਾਂ ਨੂੰ ਪਤਾ ਕਿ ਬਾਦਲ ਦਲ ਦੇ ਪੈਰ ਜੇ ਇੱਕ ਵਾਰੀ ਲੱਗ ਗਏ ਪਹਿਲਾਂ ਨਾਲੋਂ ਬੁਰੇ ਕਰਨਗੇ। ਬਾਦਲ ਪਰਿਵਾਰ ਦੇ ਜੇ ਸਿਆਸਤ ਵਿੱਚ ਇੱਕ ਵਾਰੀ ਫੇਰ ਪੈਰ ਲੱਗ ਗਏ ਬਹੁਤ ਮਾੜੀ ਕਰਨਗੇ। ਲੋਕ ਉਹਨਾਂ ਵੇਲਿਆਂ ਨੂੰ ਚੇਤੇ ਕਰ ਕਰਕੇ ਹੁਣ ਤੱਕ ਕਲਪਦੇ। ਜੇ ਕਿਤੇ ਮਾੜੀ ਮੋਟੀ ਕਦਰ ਕੀਤੀ ਹੁੰਦੀ ਸਿੱਖ ਯੋਧਿਆਂ ਦੀ, ਸਿੱਖ ਜੁਝਾਰੂਆਂ ਦੀ, ਹੁਣ ਤਾਂ ਡਰਾਮਾ ਚੱਲਦਾ ਨਾ। ਭਾਈ ਬਲਵੰਤ ਸਿੰਘ ਰਾਜੋਆਣਾ ਤੋਂ ਬਗੈਰ ਹੋਰ ਥੋੜੀ ਕੋਈ ਚੇਤੇ ਆਉਂਦਾ। ਭਾਈ ਦਿਲਾਵਰ ਸਿੰਘ ਵਰਗਾ ਨਹੀਂ ਚੇਤੇ ਆਇਆ। ਉਹ ਕਾਂਗਰਸ ਪਾਰਟੀ ਜਿਹਦੇ ਲੀਡਰ ਬੇਅੰਤੇ ਬੁੱਚੜ ਨੂੰ ਕਹਿੰਦੇ ਹੁੰਦੇ ਸੀ ਇਹ ਰਾਮਚੰਦਰ ਦਾ ਅਵਤਾਰ ਆ, ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਆ, ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ। ਉਹਨਾਂ ਦੇ ਕਲਹਿਣੇ ਬੋਲ ਭਾਈ ਦਿਲਾਵਰ ਸਿੰਘ
ਆਪਦੇ ਘਰ ਦੇ ਵਿੱਚ ਬੜੇ ਚੁੱਪ-ਚਾਪ ਜੇ ਗੰਭੀਰ ਜੇ ਤੁਰੇ ਫਿਰਨ। ਬਾਪੂ ਹਰਨੇਕ ਸਿੰਘ ਨੇ ਪਿਤਾ ਜੀ ਨੇ ਪੁੱਛਿਆ ਵੀ ਕੀ ਗੱਲ ਬਈ ਕਾਕਾ ਚੁੱਪ-ਚਾਪ ਜੇ ਆ? ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਵੱਡਾ ਕਿ ਬੇਅੰਤ ਸਿੰਘ ਵੱਡਾ? ਨੇ ਵੱਡਾ ਤਾਂ ਗੁਰੂ ਸਾਹਿਬ ਹੀ ਹੁੰਦੇ ਨੇ, ਇਹ ਕਿਹੋ ਜਿਹਾ ਸਵਾਲ ਹੋਇਆ? ਕਹਿੰਦਾ ਬਸ ਫਿਰ ਇਸ ਧਰਤੀ ਤੇ ਜਾਂ ਬੇਅੰਤ ਸਿੰਘ ਰਹਿ ਸਕਦਾ ਜਾਂ ਗੁਰੂ ਸਾਹਿਬ ਦਾ ਨਾਮ ਰਹਿ ਸਕਦਾ। ਉਸ ਪਰਿਵਾਰ ਦੇ ਨਾਲ ਕਦੇ ਮਿਲੋ ਤਾਂ ਸਹੀ। ਜਦੋਂ ਮੈਂ ਪਰਿਵਾਰ ਕੋਲੇ ਜਾਣਾ, ਜਦੋਂ ਵੀਰ ਚਮਕੌਰ ਕੋਲੇ ਜਾਣਾ, ਭਾਈ ਦਿਲਾਵਰ ਸਿੰਘ ਦੇ ਭਰਾ ਕੋਲ, ਜਾਂ ਭਾਈ ਦਿਲਾਵਰ ਸਿੰਘ ਦੇ ਭਰਜਾਈ ਜੀ, ਭਾਬੀ ਜੀ, ਸਾਡੀ ਪਿਆਰੀ ਭੈਣ ਜੀ, ਜਾਂ ਬਾਪੂ ਹਰਨੇਕ ਸਿੰਘ, ਜਾਂ ਇਹ ਪਰਿਵਾਰ ਬਹੁਤ ਹੀ ਸਾਦਾ ਜਿਹਾ ਪਰਿਵਾਰ, ਤੇ ਕਿੱਡੀ ਵੱਡੀ ਸੇਵਾ ਇਸ ਪਰਿਵਾਰ ਦੀ। ਤੇ ਇਹ ਜਿਹੜਾ ਆ ਜਿਹੜੇ ਬਣੇ ਫਿਰਦੇ ਆ ਘੜਮ ਚੌਧਰੀ, ਵੱਡੀਆਂ ਸੀਟਾਂ ਤੇ ਚੜੇ ਬੈਠੇ ਆ, ਇਹਨਾਂ ਨੇ ਕੀ ਕੀਤਾ? ਜੱਕੜੀ ਮਾਰਿਆ ਨਾ। ਕੌਮ ਲਈ ਮਰਨ ਆਮ ਘਰਾਂ ਦੇ ਲੋਕ, ਪੰਥ ਲਈ ਕੁਰਬਾਨੀਆਂ ਕਰਨ ਆਮ ਪਰਿਵਾਰਾਂ ਦੇ ਲੋਕ, ਤੇ ਇਹ ਫੈਸਲਾ ਕਰਨਗੇ ਕਿ ਫੋਟੋ ਲਾਉਣੀ ਆ ਕਿ ਨਹੀਂ ਲਾਉਣੀ। ਤੇ ਕਿੱਡੀ ਬੇਬਸੀ ਆ ਸਾਡੀ ਕੌਮ ਦੀ ਕਿ ਅਸੀਂ ਇਹਨਾਂ ਦੇ ਮੂੰਹ ਵੱਲ ਦੇਖ ਰਹੇ ਆ, ਕਿੱਡੇ ਮਥਾਜ ਬਣ ਕੇ ਬਹਿ ਗਏ ਆ ਕਿ ਇਹ ਇਹਨਾਂ ਦਾ ਜੀ ਕਰੂ। ਜੇ ਅਸੀਂ ਆਪ ਲਾਈਏ ਫਿਰ ਆਪਣੇ ਵਿਦਵਾਨ ਕਲਪਣ ਲੱਗ ਜਾਂਦੇ ਆ ਕਿ ਜੀ ਧੱਕੇਸ਼ਾਹੀ ਕਰਦੇ ਆ ਜੀ, ਆਇਆ ਨਹੀਂ, ਆਪ ਉਧਰਾ ਨਹੀਂ ਕਰਨਾ ਚਾਹੀਦਾ ਜੀ। ਇਹ ਲਾਉਣ ਨਾ ਫੋਟੋਆਂ ਸਾਡੇ ਸ਼ਹੀਦਾਂ ਦੀਆਂ, ਯੋਧਿਆਂ ਦੀਆਂ, ਤੇ ਜੇ ਅਸੀਂ ਲਾਈਏ ਫਿਰ ਚੀਕਾਂ ਮਾਰਦੇ ਆ। ਖੈਰ ਸੱਚੇ ਪਾਤਸ਼ਾਹ ਦੇ ਧੰਨਵਾਦੀ ਆ ਜਿਹਨੇ ਇਹਨਾਂ ਨੂੰ ਚਾਹੇ ਜਿਸ ਤਰ੍ਹਾਂ ਮਰਜ਼ੀ ਬਾਂਹ ਮਰੋੜੀ, ਆ ਹਾਲਾਤ ਬਣੇ ਆ, ਆ ਮਾਹੌਲ ਬਣਿਆ ਕਿ ਭਾਈ ਦਿਲਾਵਰ ਸਿੰਘ ਦੀ ਫੋਟੋ ਆ ਜਿਹੜੀ ਉਹ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗਣ ਜਾ ਰਹੀ ਹੈ। ਉੱਥੇ ਹੋਰ ਯੋਧਿਆਂ ਦੀਆਂ ਵੀ ਫੋਟੋਆਂ ਲੱਗੀਆਂ ਹੋਈਆਂ ਨੇ, ਹੋਰਾਂ ਦੀਆਂ ਵੀ ਲੱਗਣੀਆਂ ਚਾਹੀਦੀਆਂ ਨੇ, ਜਿਨ੍ਹਾਂ ਦੀਆਂ ਨਹੀਂ ਲੱਗੀਆਂ, ਜਿਹਨਾਂ ਦੀਆਂ ਲਾਉਣ ਯੋਗ। ਉਲਟਾ ਇਹ ਹੋਣਾ ਚਾਹੀਦਾ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੋਈ ਵੱਡਾ ਅਜਾਇਬ ਘਰ ਬਣੇ ਜਿੱਥੇ 1978 ਤੋਂ ਚੱਲੇ ਸੰਘਰਸ਼ ਨਾਲ ਸੰਬੰਧਿਤ ਸਾਰੇ ਸ਼ਹੀਦਾਂ ਦਾ ਵੇਰਵਾ, ਡਾਟਾ ਇਕੱਠਾ ਕੀਤਾ ਜਾਵੇ, ਫੋਟੋਆਂ ਇਕੱਠੀਆਂ ਕੀਤੀਆਂ ਜਾਣ, ਹੋਰ ਸਮਾਨ ਇਕੱਠਾ ਕੀਤਾ ਜਾਵੇ, ਤੇ ਉਹਨਾਂ ਸ਼ਹੀਦਾਂ ਦੇ ਉੱਤੇ ਜੋ ਜ਼ੁਲਮ ਹੋਇਆ ਉਹ ਜ਼ੁਲਮ ਦੀ ਹਰ ਨਿਸ਼ਾਨੀ, ਹਰ ਸਬੂਤ ਰੱਖਿਆ ਜਾਵੇ। ਜਿਹੜੇ ਬਜ਼ੁਰਗ ਉਸ ਦੌਰ ਵਿੱਚ ਜਿਨ੍ਹਾਂ ਨੇ ਉਹ ਸਾਰਾ ਕੁਝ ਝੱਲਿਆ, ਜੋ ਬੁੱਢੇ ਬਜ਼ੁਰਗ ਹੋਏ ਪਏ ਨੇ, ਮਾਈਆਂ ਸਾਡੀਆਂ, ਜੋ ਭੈਣਾਂ ਨੇ ਜ਼ੁਲਮ ਝੱਲਿਆ, ਉਹਨਾਂ ਦੀ ਰਿਕਾਰਡਿੰਗ ਕਰਕੇ ਉੱਥੇ ਡਾਕੂਮੈਂਟਰੀ ਫਿਲਮਾਂ ਬਣਾ ਕੇ ਦਿਖਾਈਆਂ ਜਾਣ। ਦੁਨੀਆ ਭਰ ਦੇ ਲੋਕ ਜਦੋਂ ਆਉਣ ਉਹਨਾਂ ਨੂੰ ਪਤਾ ਤਾਂ ਲੱਗੇ ਸਾਡੇ ਨਾਲ ਬੀਤੀ ਕੀ ਹੈ। ਸਾਡੀ ਜੋ ਇਸ ਦਾਸਤਾਨ ਆ ਸਾਡੀ, ਇਹਦੇ ਬਾਰੇ ਸਾਰੇ ਸੰਸਾਰ ਨੂੰ ਪਤਾ ਲੱਗਣਾ ਚਾਹੀਦਾ। ਪਰ ਅਫਸੋਸ ਕਿ ਬਾਦਲ ਪਰਿਵਾਰ ਜਿਹੜਾ ਉਹ ਸਾਡੀ ਕੌਮ ਦੇ ਸਾਰੇ ਸੱਤਾ ਦੇ ਸਾਡੇ ਜਿਹੜੇ ਪਲੇਟਫਾਰਮ ਸੀ ਉਹਨਾਂ ਤੇ ਕਾਬਜ ਹੋ ਕੇ ਬਹਿ ਗਿਆ, ਤੇ ਕੀਤਾ ਉਹਨਾਂ ਨੇ ਕੰਮ ਉਹ ਜਿਹੜਾ ਦਿੱਲੀ ਨੂੰ ਚੰਗਾ ਲੱਗੇ, ਭਾਰਤੀ ਖੁਫੀਆ ਏਜੰਸੀਆਂ ਨੂੰ ਚੰਗਾ ਲੱਗੇ। ਇਸ ਵੇਲੇ ਜਿਵੇਂ ਇਹ ਸੱਤਾ ਤੋਂ ਪਾਸੇ ਹੈ, ਤੇ ਜਿਵੇਂ ਹੁਣ ਬਾਦਲ ਪਰਿਵਾਰ ਸਿੱਖਾਂ ਦੇ ਵਿੱਚ ਦੁਬਾਰਾ ਆਪਦਾ ਵੋਟ ਬੈਂਕ ਪੈਦਾ ਕਰਨ ਦੇ ਲਈ, ਆਪਦੇ ਪੈਰ ਲਾਉਣ ਲਈ ਹੱਥ ਪੱਲੇ ਮਾਰ ਰਿਹਾ, ਇਸ ਵੇਲੇ ਲੋਕ ਜਿਹੜੇ ਚਾਹੇ ਮਜ਼ਾਕ ਨਾਲ ਹੀ ਕਹਿੰਦੇ ਆ ਪਰ ਗੱਲ ਸਹੀ ਕਹਿੰਦੇ ਆ ਕਿ ਜਿਹੜਾ ਕੁਝ ਮਰਜ਼ੀ ਕਰਾ ਲਓ। ਸੋ ਸ਼੍ਰੋਮਣੀ ਕਮੇਟੀ ਜਿੰਨਾ ਟਾਈਮ ਇਹਨਾਂ ਕੋਲੇ ਹੈ ਉਹਨਾਂ ਟਾਈਮ, ਜਾਂ ਅਕਾਲ ਤਖਤ ਸਾਹਿਬ, ਬੜੇ ਵੱਡੇ ਫੈਸਲੇ ਹੋਣ ਦੀ ਲੋੜ ਆ। ਅਕਾਲ ਤਖਤ ਸਾਹਿਬ ਤੋਂ ਇਹ ਫੈਸਲਾ ਹੋਣਾ ਹੀ ਚਾਹੀਦਾ ਕਿ ਦੇਖੋ, ਇੱਕ ਪਾਸੇ ਉਹ ਪੁਲਸੀਏ ਨੇ, ਉਹ ਲੋਕ ਨੇ, ਕਾਂਗਰਸ ਵਾਲੇ ਸਿੱਖ ਜਿਨ੍ਹਾਂ ਨੇ 1978 ਤੋਂ ਸਾਡਾ ਘਾਣ ਕੀਤਾ, ਜ਼ੁਲਮ ਕੀਤੇ। ਦੂਜੇ ਪਾਸੇ ਸਾਡੇ ਸਿੱਖ ਭਰਾ ਨੇ। ਹੁਣ ਜਿਹੜਾ ਬੁੱਚੜ ਤੇ ਜ਼ਾਲਮ ਪੁਲਸੀਆ ਜਿਹਨੇ ਕੋਹ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚੋਂ ਚੱਕ ਕੇ ਲਿਆਂਦੇ ਹੋਏ ਸਿੱਖ ਨੂੰ ਬੇਦਰਦੀ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ, ਜਦੋਂ ਉਹ ਮਰਦਾ ਉਹਦੇ ਉਹੀ ਪਾਠ ਹੋਣ ਲੱਗ ਜਾਂਦਾ, ਉਹੀ ਗ੍ਰੰਥੀ ਤੇ ਉਹੀ ਕੀਰਤਨ ਵਾਲਾ, ਉਹੀ ਅਰਦਾਸੀਆ ਸਿੰਘ, ਉਹੀ ਸ਼ਬਦ ਪੜ੍ਹੇ ਜਾ ਰਹੇ ਹੁੰਦੇ ਆ, ਗੁਰਮੁਖ ਜਨਮ ਸਮਾਰ ਦਰਗੇ ਚੱਲੇ। ਤੇ ਜਿਹੜਾ ਉਹਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਬੇਦੋਸ਼ਾ ਸਿੱਖ ਮਾਰਿਆ ਗਿਆ ਹੁੰਦਾ, ਉਹਦੇ ਮਾਪਿਆਂ ਕੋਲ ਇੰਨੇ ਪੈਸੇ ਵੀ ਨਹੀਂ ਹੁੰਦੇ ਹੈਗੇ ਵੀ ਉਹਦੀ ਬਰਸੀ ਮਨਾ ਲੈਣ, ਉਹਦੀ ਯਾਦ ਮਨਾ ਲੈਣ। ਕਿਆ ਇਹ ਦੁਖਾਂਤ ਹੈ ਸਾਡਾ ਕਿ ਸਾਡੀ ਕੌਮ ਦੇ ਸਿੱਖੀ ਲਈ ਜਾਨਾਂ ਵਾਰਨ ਵਾਲੇ, ਜਿਨ੍ਹਾਂ ਨੂੰ ਸਿੱਖ ਹੋਣ ਕਰਕੇ ਕਤਲ ਕਰ ਦਿੱਤਾ ਗਿਆ, ਉਹਨਾਂ ਦੀ ਯਾਦ ਵਿੱਚ ਵੀ ਉਹੀ ਅਰਦਾਸ, ਉਹੀ ਸ਼ਬਦ, ਉਹੀ ਕੀਰਤਨ, ਉਹੀ ਗ੍ਰੰਥੀ ਪਾਠ ਕਰ ਚਲੇ ਜਾਂਦੇ, ਤੇ ਬੁੱਚੜ ਪੁਲਸੀਆਂ ਲਈ ਵੀ ਉਹੀ ਪਾਠ, ਉਹੀ ਕੀਰਤਨ। ਅਕਾਲ ਤਖਤ ਸਾਹਿਬ ਤੋਂ ਇਹਦਾ ਕੋਈ ਡਿਸੀਜਨ ਹੋਣਾ ਚਾਹੀਦਾ ਕਿ ਜਿਨ੍ਹਾਂ ਨੇ ਕਹਿੰਦੇ ਆ ਨਾ ਵੀ
ਜਿਨ੍ਹਾਂ ਨੇ ਯਹੂਦੀਆਂ ਦੇ ਉੱਤੇ ਜ਼ੁਲਮ ਕੀਤੇ ਸੀ, ਬਾਅਦ ਵਿੱਚ ਉਹਨਾਂ ਨਾਲ ਐ ਹੋਇਆ ਸੀ, ਉਹ ਹੋਇਆ ਸੀ। ਸਾਡੀ ਕੌਮ ਲਈ ਵੀ ਕੁਝ ਸੋਚੋ। ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਣਾ ਚਾਹੀਦਾ ਕਿ 1978 ਤੋਂ ਚੱਲੇ ਸੰਘਰਸ਼ ਵਿੱਚ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤੇ ਹੈ, ਉਹਨਾਂ ਦੇ ਜ਼ੁਲਮ ਦਾ ਲੇਖਾ ਜੋਖਾ ਹੋਏਗਾ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨਾਂ ਲੋਕਾਂ ਨੂੰ ਨਹੀਂ ਦੇਣਾ ਚਾਹੀਦਾ। ਉਹਨਾਂ ਦੇ ਮਰਗ ਦੇ ਉੱਤੇ ਕੋਈ, ਜਿਵੇਂ ਆ KPS ਗਿੱਲ ਵਾਰੀ ਹੋਇਆ, ਨਾ ਕੋਈ ਕੀਰਤਨ ਕਰਨ ਜਾਓ, ਨਾ ਕੋਈ ਉਹਨਾਂ ਦੇ ਅਰਦਾਸ ਵਿੱਚ ਜਾਓ। ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਬੇਅਦਬੀਆਂ ਕੀਤੀਆਂ, ਜਿਨ੍ਹਾਂ ਨੇ ਅਮਰਧਾਰੀ ਸਿੰਘਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ, ਉਹਨਾਂ ਨੂੰ ਕੀ ਹੱਕ ਆ ਜੀ ਉਹਨਾਂ ਦੇ ਮਰਗ ਤੋਂ ਬਾਅਦ ਉੱਥੇ ਜਾ ਕੇ ਕਹੋ ਜੀ ਗੁਰਮੁਖ ਜਨਮ ਸਵਾਰ ਦਰਗੇ ਚੱਲੇ। ਭਾਈ ਦਿਲਾਵਰ ਸਿੰਘ ਵਰਗਿਆਂ ਦੀ ਕੁਰਬਾਨੀ ਸਾਡੇ ਚੇਤੇ ਨਹੀਂ। ਸਵਰਨੇ ਘੋਟਲੇ ਦਾ ਭੋਗ ਹੋਵੇ, ਉੱਥੇ ਜਾ ਕੇ ਸਾਡੇ ਗੁਰਦੁਆਰਾ ਕਮੇਟੀਆਂ ਵਾਲੇ ਜਾ ਕੇ ਤਕਰੀਰਾਂ ਝਾੜਨ ਲੱਗੇ ਹੁੰਦੇ ਨੇ। ਗੁੱਚੜ ਤੇ ਜ਼ਾਲਮ ਪੁਲਸੀਏ, ਖਾਸ ਤੌਰ ਤੇ ਜਿਹੜੇ ਕਾਂਗਰਸੀ ਸਿੱਖ ਨੇ, ਇਹਨਾਂ ਨੂੰ ਜੇ ਇਹਨਾਂ ਦੇ ਪਾਪ ਦੀ, ਗੁਨਾਹ ਦੀ ਆਪਾਂ ਉਹਨਾਂ ਦੇ ਸਾਹਮਣੇ ਗੱਲ ਹੀ ਨਹੀਂ ਕਰਨੀ, ਤਾਂ ਫਿਰ ਫਾਇਦਾ ਸਾਡਾ ਕੀ ਹੋਇਆ ਜੀ। ਸੋ ਅਕਾਲ ਤਖਤ ਸਾਹਿਬ ਤੋਂ ਇਸ ਤਰੀਕੇ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਰਨਾ ਪਏਗਾ ਕਿ ਉਹਨਾਂ ਸਾਰੇ ਜ਼ਾਲਮ ਤੇ ਬੁੱਚੜ 1978 ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਨੇ ਘਾਣ ਕੀਤਾ, ਉਹਨਾਂ ਦੀ ਲਿਸਟਾਂ ਬਣਾਓ, ਉਹਨਾਂ ਦੇ ਪਿੰਡਾਂ ਦੇ, ਉਹਨਾਂ ਦੇ ਫੋਟੋਆਂ ਲਾਓ ਗੁਰਦੁਆਰਿਆਂ ਦੇ ਬਾਹਰ ਕਿ ਇਹਨਾਂ ਲੋਕਾਂ ਨੇ ਜ਼ੁਲਮ ਕੀਤਾ। ਤੇ ਜਿਹੜੇ ਜ਼ੁਲਮ ਦਾ ਸ਼ਿਕਾਰ ਹੋਏ ਸਿੱਖ ਨੇ, ਉਹਨਾਂ ਦੇ ਬਾਰੇ ਵੀ ਸੰਗਤਾਂ ਨੂੰ ਦੱਸਿਆ ਜਾਵੇ। ਫਿਰ ਇਹ ਵੀ ਦੱਸਿਆ ਜਾਵੇ ਕਿ ਭਾਈ ਦਿਲਾਵਰ ਸਿੰਘ ਵਰਗੇ ਸੂਰਮੇ ਸੀ ਜਿਨ੍ਹਾਂ ਨੇ ਇਹ ਜ਼ੁਲਮ ਰੋਕਿਆ। ਪਰ ਇਹ ਤਾਂ ਕਰਨ ਲੱਗੇ ਨੇ, ਹੁਣ ਫੋਟੋ ਤਾਂ ਲਾਉਣ ਲੱਗੇ ਨੇ ਕਿਉਂਕਿ ਸਿਆਸੀ ਲੋੜ। ਖੈਰ, ਜੇ ਇਹ ਸਿਆਸੀ ਲੋੜ ਦੇ ਵਿੱਚੋਂ ਹੋਰ ਕੁਝ ਚੰਗੇ ਫੈਸਲੇ ਕਰ ਲੈਣ ਤਾਂ ਚੰਗੀ ਗੱਲ ਆ। ਸੱਚੇ ਪਾਤਸ਼ਾਹ ਇਹਨਾਂ ਨੂੰ ਇਸੇ ਤਰੀਕੇ ਨਾਲ ਮਜਬੂਰ ਬਣਾਈ ਰੱਖੇ। ਜਿੰਨਾ ਇਹ ਸੱਤਾ ਤੋਂ ਪਰਾਂ ਰਹਿਣਗੇ, ਓਨਾ ਹੀ ਪੰਥਕ ਬਣਨਗੇ ਤੇ ਪੰਥਕ ਬਣਨ ਦੇ ਲਈ ਬਹੁਤ ਸਾਰੇ ਚੰਗੇ ਕਰਮ ਕਰਨਗੇ। ਇਹੀ ਕਹਿੰਦਾ ਹੋਇਆ ਇੱਥੇ ਸਮਾਪਤੀ ਕਰਦਾ। ਜਿਹੜੀ ਕੱਲ ਨੂੰ ਫੋਟੋ ਲੱਗਣੀ ਆ ਸ਼ਹੀਦੀ ਸਾਡੇ ਭਰਾ ਦੀ, ਉਹਨੂੰ ਜੀ ਆਇਆਂ ਤਾਂ ਕਹਿੰਦੇ ਆ, ਪਰ ਇਹ ਦੁੱਖ ਜ਼ਰੂਰ ਆ ਕਿ 1995 ਤੋਂ 2022 ਤੱਕ ਇਹਨਾਂ ਨੇ ਉਸ ਸੂਰਮੇ ਨੂੰ ਭੁਲਾਈ ਰੱਖਿਆ। ਖੈਰ, ਦੇਰ ਆਏ ਦਰੁਸਤ ਆਏ ਕਹਿ ਕੇ ਮਨ ਨੂੰ ਧਰਵਾਸ ਦਿੰਦੇ ਹੋਏ ਫਤਿਹ ਅਰਜ਼ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।